ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨ ਅਰ ਭਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤੂੰ ਠਾਕਰੋ ਬੈਰਾਗਰੋ ਮੈਂ ਜਹੀ ਕਣ ਛੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ਸਾਰ ਨ ਜਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾਮਤ ਦੀਜੈ ਆਠ ਪਹਿਰ ਤੁਧ ਤਿਹਾਈ ਗਰਬ ਨਾ ਕੀਜੈ ਰਿਣ ਹੋਵੀਜੈ ਤਾਂ ਗਤ ਜੀਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜਹੀ ਕਣ ਚੇਰੀ ਰਾਮ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਧਾਰਾ ਸਿਉ ਪ੍ਰੀਤ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਸਾਹ
ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ। ਮਿਲ ਪ੍ਰੀਤਮ ਤਿਨੀ ਧਿਆਇਆ ਸੱਚਾ ਪ੍ਰੇਮ ਪਿਆਰ। ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ। ਮਿਲ ਪ੍ਰੀਤਮ ਤਿਨੀ ਧਿਆਇਆ ਸੱਚਾ ਪ੍ਰੇਮ ਪਿਆਰ। ਮਾਨਹੀ ਤੇ ਮਨ ਮਾਨਿਆ ਗੁਰ ਕਾ ਸ਼ਬਦ ਅਪਾਰ। ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮਿਲੇ ਕਰਤਾਰ। ਇਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰਹਿ ਵਿਚਾਰ। ਵਿਛੜਿਆ ਕਾ ਕਿਆ ਵਿਛੋੜੈ ਜਿਨਾ ਦੂਜਾ ਭਾਏ ਪਿਆਰ। ਮਨ ਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ। ਇਸ ਪਰੀਤੀ ਟੁੱਟਦੀ ਵਿਲਮ ਨਾ ਹੋਵਾਈ ਇਤ ਦੋਸਤੀ ਚੱਲਣ ਵਿਕਾਰ। ਜਿਨਾ ਅੰਦਰ ਸੱਚੇ ਕਾ ਭਾਉ ਨਾਹੀ ਨਾਮ ਨਾ ਕਰਹਿ ਪਿਆਰ। ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ। ਮਹੱਲਾ ਤੀਜਾ। ਇਕ ਸਦਾ ਇਕ ਤੈ ਰੰਗ ਰਹੈ ਤਿਨ ਕੈ ਹਾਂ ਸਦ ਬਲਿਹਾਰੈ ਜਾਓ। ਤਨ ਮਨ ਧਨ ਅਰਪੇ ਤਿਨ ਕੋ ਨਿਵ ਨਿਵ ਲਾਗੋ ਪਾਏ।
ਤਿਨ ਮਿਲਿਆ ਮਨ ਸੰਤੋਖੀਐ। ਤ੍ਰਿਸ਼ਨਾ ਭੁੱਖ ਸਭ ਜਾਏ। ਨਾਨਕ ਨਾਮ ਰਤੇ ਸੁਖੀਐ ਸਦਾ। ਸੱਚੇ ਸਿਉ ਲਿਵ ਲਾਏ। ਪੌੜੀ ਤਿਸ ਗੁਰ ਕੋ ਹਉ ਵਾਰਿਆ। ਜਿਨ ਹਰਿ ਕੀ ਹਰਿ ਕਥਾ ਸੁਣਾਈ। ਤਿਸ ਗੁਰ ਕੋ ਸਦ ਬਲਿਹਾਰਣ। ਜਿਨ ਹਰਿ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੈ ਕਿੱਥੈ ਮੈਨੂੰ ਲਾਏ ਛਡਾਈ। ਤਿਸ ਗੁਰ ਕਾ ਸਾਬਾਸ ਹੈ। ਜਿਨ ਹਰਿ ਸੋਝੀ ਪਾਈ। ਨਾਨਕ ਗੁਰ ਵਿਟਹੁ ਵਾਰਿਆ। ਜਿਨ ਹਰਿ ਨਾਮ ਦਿਆ। ਮੇਰੇ ਮਨ ਕੀ ਆਸ ਪੁਰਾਈ। ਤਿਸ ਗੁਰ ਕੋ ਸਾਬਾਸ ਹੈ। ਜਿਨ ਹਰਿ ਸੋਝੀ ਪਾਈ। ਨਾਨਕ ਗੁਰ ਵਿਟਹੁ ਵਾਰਿਆ। ਜਿਨ ਹਰਿ ਨਾਮ ਦਿਆ। ਮੇਰੇ ਮਨ ਕੀ ਆਸ ਪੁਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਤੋਂ ਦੀਨ ਦੁਨੀਆ ਮਾਲਕ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਜਗਤ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਾਹਿਬ ਨੌਵੇਂ ਗੁਰਦੇਵ ਤਿਲਕ ਤੇ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਗੁਰਦੇਵ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ
ਤੀਜਾ ਸੱਜਣ ਮਿਲੈ ਸੱਜਣਾ ਜਿਨ ਸਤਿਗੁਰ ਨਾਲ ਪਿਆਰ। ਸ਼ਲੋਕ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਵਡਹੰਸ ਦੀ ਵਾਰ ਹੈ। ਇਹ ਪਾਵਨ ਸ਼ਬਦ 587 ਅੰਗ ਤੇ ਪ੍ਰਾਰੰਭ ਹੋ ਰਿਹਾ ਹੈ। ਸੱਜਣ ਮਿਲੇ ਸੱਜਣਾ। ਸਤਿਗੁਰੂ ਜੀ ਸੱਜਣ ਰੂਪ ਹਨ। ਗੁਰਦੇਵ ਨੂੰ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਸੱਜਣ ਸ਼ਬਦ ਨਾਲ ਸੰਬੋਧਨ ਕੀਤਾ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਜਾਂ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਸਾਹੋ। ਤੋ ਸਤਿਗੁਰੂ ਜੀ ਸੱਜਣ ਹਨ। ਐਸੇ ਸੱਜਣ ਸਤਿਗੁਰਾਂ ਨੂੰ ਉਹ ਮਿਲਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਜੀ ਪ੍ਰਤੀ ਪ੍ਰੇਮ ਹੈ। ਦੂਸਰਾ ਸੱਜਣ ਸ਼ਬਦ ਜਿਹੜਾ ਆਇਆ ਉਹ ਹੈ ਪਿਆਰਿਆਂ ਦਾ ਵਾਚਕ। ਸੱਜਣ ਮਿਲੇ ਸੱਜਣਾ। ਸਤਿਗੁਰੂ ਰੂਪੀ ਸੱਜਣ ਨੂੰ ਉਹਨਾਂ ਦੇ ਪਿਆਰੇ ਮਿਲੇ ਹਨ। ਕਿਹੜੇ ਪਿਆਰੇ ਮਿਲੇ ਨੇ? ਜਿਨ੍ਹਾਂ ਦੇ ਹਿਰਦਿਆਂ ਵਿੱਚ ਆਪਣੇ ਸਤਿਗੁਰਾਂ ਦਾ ਪਿਆਰ ਸੀ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਸੀ। ਗੁਰੂ ਨਾਲ ਪਿਆਰ ਹੋਵੇ ਤਦ ਹੀ ਆ ਕੇ ਸਤਿਗੁਰਾਂ ਦੇ ਦਰਸ਼ਨ ਕਰੀਦੇ ਨੇ। ਜਿਨ੍ਹਾਂ ਦਾ ਆਪਣੇ ਸਤਿਗੁਰਾਂ ਨਾਲ ਪਿਆਰ ਹੀ ਨਹੀਂ, ਪ੍ਰੇਮ ਹੀ ਨਹੀਂ, ਉਹਨਾਂ ਦੇ ਤਾਂ ਕਈ ਦਿਨ ਕਈ ਮਹੀਨੇ ਬੀਤ ਜਾਂਦੇ ਆ, ਉਹ ਆ ਕੇ ਦਰਸ਼ਨ ਨਹੀਂ ਕਰਦੇ ਸਤਿਗੁਰਾਂ ਦੇ। ਜਿਨ੍ਹਾਂ ਅੰਦਰ ਆਪਣੇ ਸਤਿਗੁਰਾਂ ਦਾ ਪਿਆਰ ਹੈ, ਉਹਨਾਂ ਨੂੰ ਭਾਵੇਂ ਖਾਰਾ ਸਮੁੰਦਰ ਲੰਘ ਕੇ ਆਉਣਾ ਪਵੇ ਤਾਂ ਵੀ ਆ ਕੇ ਆਪਣੇ ਮਾਲਕ ਦੇ ਦਰਸ਼ਨ ਕਰਦੇ ਨੇ। ਰੱਜ ਕੇ ਪਾਲਾ ਪੈਂਦਾ ਹੋਵੇ, ਬਰਫ਼ ਵਰਸਦੀ ਹੋਵੇ, ਮੀਂਹ ਪੈਂਦਾ ਹੋਵੇ, ਝੱਖੜ ਚੱਲਦਾ ਹੋਵੇ, ਹਨੇਰੀਆਂ ਚੱਲਦੀਆਂ ਹੋਣ, ਜਿਹਦਾ ਆਪਣੇ ਸਾਹਿਬ ਨਾਲ ਪ੍ਰੇਮ ਹੈ, ਆਪਣੇ ਸਤਿਗੁਰਾਂ ਨਾਲ ਪ੍ਰੇਮ ਹੈ, ਉਹ ਚੱਲ ਕੇ ਆਪਣੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਪਹੁੰਚਦਾ ਹੀ ਪਹੁੰਚਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ। ਸਤਿਗੁਰੂ ਜੀ ਸਾਰਿਆਂ ਦੇ ਸੱਜਣ ਨੇ। ਉਹਨਾਂ ਨੂੰ ਸੱਜਣ ਗੁਰਸਿੱਖ ਆ ਕੇ ਮਿਲੇ। ਕਿਹੜੇ ਸੱਜਣ ਗੁਰਸਿੱਖ ਆ ਕੇ ਮਿਲੇ? ਜਿਨ੍ਹਾਂ ਦਾ ਆਪਣੇ ਸਤਿਗੁਰਾਂ ਨਾਲ, ਆਪਣੇ ਗੁਰੂ ਨਾਲ ਪਿਆਰ ਹੈ, ਆਪਣੇ ਗੁਰੂ ਨਾਲ ਪ੍ਰੀਤ ਹੈ। ਮੇਲ ਪ੍ਰੀਤਮ ਤਿਨੀ ਧਿਆਇਆ, ਸੱਚਾ ਪ੍ਰੇਮ ਪਿਆਰ। ਸੱਚੇ ਦਾ ਪ੍ਰੇਮ ਤੇ ਪਿਆਰ ਆਪਣੇ ਹਿਰਦੇ 'ਚ ਧਾਰਨ ਕਰਕੇ ਜਿਹੜੇ ਗੁਰਮੁਖ ਨੇ ਉਸ ਪਿਆਰੇ ਪਰਮੇਸ਼ਰ ਨੂੰ ਧਿਆਉਂਦੇ ਹਨ। ਸਤ ਸੰਗਤ ਦੇ ਰੂਪ ਵਿੱਚ ਜਾਂ ਗੁਰੂ ਰੂਪੀ ਪ੍ਰੀਤਮ ਨਾਲ ਮਿਲ ਕੇ ਹਰੀ ਅਕਾਲ ਪੁਰਖ ਪਰਮੇਸ਼ਰ ਨਾਲ ਪ੍ਰੇਮ ਕਰਕੇ ਰੱਬ ਦੇ ਪਿਆਰੇ ਗੁਰੂ ਕੇ ਸਿੱਖ ਗੁਰੂ ਦੀ ਸੰਗਤ ਕਰਕੇ ਉਸ ਨੂੰ ਧਿਆਉਂਦੇ ਹਨ। ਜਿਨ੍ਹਾਂ ਦਾ ਪਰਮੇਸ਼ਰ ਨਾਲ ਪ੍ਰੇਮ ਹੈ, ਅਕਾਲ ਪੁਰਖ ਨਾਲ ਪ੍ਰੇਮ ਹੈ, ਉਹ ਸਾਧ ਸੰਗਤ ਵਿੱਚ ਆ ਕੇ, ਗੁਰੂ ਕੀ ਸੰਗਤ ਵਿੱਚ ਆ ਕੇ ਪਰਮੇਸ਼ਰ ਨੂੰ ਧਿਆਉਂਦੇ ਹਨ। ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ ਕਿ ਜਿਸ ਵਕਤ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਣਾ ਵਰਤਾਇਆ, ਸੱਚਖੰਡ ਗਏ, ਤਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਆ ਕੇ ਮਾਤਾ ਭਰਾਈ ਦੇ ਘਰ ਵਿੱਚ ਇੱਕ ਕੋਠੇ 'ਚ ਮਹਾਰਾਜ ਜੀ ਗੁਪਤ ਹੋ ਗਏ ਤੇ ਮਾਤਾ ਭਰਾਈ ਨੂੰ ਕਿਹਾ ਦਰਵਾਜ਼ਾ ਬਾਹਰੋਂ ਬੰਦ ਕਰ ਦੇ ਤੇ ਸਾਡੇ ਬਾਰੇ ਕਿਸੇ ਨੂੰ ਦੱਸੀ ਨਾ। ਗਰੀਬ ਨਵਾਜ ਸਤਿਗੁਰੂ ਜੀ ਉਸ ਕੋਠੇ ਦੇ ਵਿੱਚ ਗੁਪਤ ਹੋਏ, ਪਦਮ ਆਸਣ ਲਾਇਆ ਤੇ ਆਪਣੇ ਨਿਜ ਧਿਆਨ ਵਿੱਚ
ਗੁਰੂ ਨਾਨਕ ਸਾਹਿਬ ਦੀ ਮੂਰਤ ਦੇ ਧਿਆਨ ਵਿੱਚ ਸੁਰਤ ਜੋੜ ਲਈ। ਕਈ ਦਿਨ ਬੀਤੇ, ਜਦੋਂ ਗੁਰੂ ਕੇ ਸਿੱਖਾਂ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨਜ਼ਰ ਹੀ ਨਹੀਂ ਪਏ, ਉਤਾਵਲੇ ਹੋਏ ਕਿ ਸਤਿਗੁਰੂ ਜੀ ਕਿੱਥੇ ਗਏ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਕੋਲ ਜਾ ਕੇ ਸੰਗਤ ਨੇ ਬੇਨਤੀ ਕੀਤੀ। ਬਾਬਾ ਬੁੱਢਾ ਸਾਹਿਬ ਜੀ ਸੰਗਤ ਨੂੰ ਨਾਲ ਲੈ ਕੇ ਖਡੂਰ ਸਾਹਿਬ ਆਏ। ਮਾਤਾ ਭਰਾਈ ਦੇ ਕੋਲ ਪਹੁੰਚੇ, ਪੁੱਛਿਆ ਪਰ ਮਾਤਾ ਬੋਲੇ ਨਾ, ਪਰ ਸਾਰੇ ਸਮਝ ਗਏ ਕਿ ਸਤਿਗੁਰੂ ਜੀ ਇੱਥੇ ਹੀ ਨੇ। ਉਸ ਕੋਠੇ ਦਾ ਦਰਵਾਜ਼ਾ ਖੋਲ੍ਹਿਆ ਤੇ ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਸਮਾਧੀ ਸਥਿਤ ਹੋਏ ਬੈਠੇ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ। ਸਤਿਗੁਰਾਂ ਦਾ ਚਿਹਰਾ ਪੀਲਾ ਪਿਆ ਹੋਇਆ, ਕਈ ਦਿਨਾਂ ਤੋਂ ਭੋਜਨ ਨਹੀਂ ਸੀ ਛਕਿਆ। ਜਲ ਵੀ ਗੁਰੂ ਅੰਗਦ ਸਾਹਿਬ ਨੇ ਗ੍ਰਹਿਣ ਨਹੀਂ ਸੀ ਕੀਤਾ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਸੰਗਤ ਨੂੰ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਚਰਨਾਂ ਨਾਲ ਜੋੜ ਗਏ ਨੇ। ਤੁਹਾਡੇ ਦਰਸ਼ਨਾਂ ਤੋਂ ਬਿਨਾਂ ਸੰਗਤ ਵਿਆਕੁਲ ਤੇ ਬੇਬਲ ਹੈ। ਇਹਨਾਂ ਨੂੰ ਕਿਰਪਾ ਕਰਕੇ ਦਰਸ਼ਨ ਦਿਓ, ਇਹਨਾਂ ਦੇ ਮਨਾਂ ਨੂੰ ਤਰਵਾਸ ਤੇ ਧੀਰਜ ਪ੍ਰਾਪਤ ਹੋਵੇ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਨੇਤਰ ਖੋਲੇ ਔਰ ਆਪਣੇ ਮੁਖਾਰ ਬਿੰਦ ਚੋਂ ਆਪਣੇ ਮਾਲਕ ਪ੍ਰਤੀ ਜਿਹੜਾ ਅਥਾਹ ਪ੍ਰੇਮ ਸੀ, ਉਸ ਪ੍ਰੇਮ ਨੂੰ ਪ੍ਰਗਟ ਕਰਦਿਆਂ ਗੁਰਦੇਵ ਨੇ ਬਚਨ ਉਚਾਰਨ ਕੀਤੇ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਣਾ ਚਾਹੀਦਾ, ਉਹਦੇ ਪਿੱਛੋਂ ਜੀਵਣਾ ਤਾਂ ਤਰਕਾਰ ਹੀ ਹੈ। ਇਹ ਹੈ ਗੁਰੂ ਸਾਹਿਬ ਨਾਲ ਗੁਰੂ ਕੇ ਸੇਵਕਾਂ ਦਾ ਪ੍ਰੇਮ। ਤੇ ਆਪਣੇ ਸਤਿਗੁਰਾਂ ਨਾਲ ਪ੍ਰੇਮ ਕਰਕੇ, ਗੁਰੂ ਕੀ ਸੰਗਤ ਕਰਕੇ ਜਿਹੜੇ ਰੱਬ ਦੇ ਪਿਆਰੇ ਗੁਰਸਿੱਖ ਨੇ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਹਨ। ਮਨ ਹੀ ਤੇ ਮਨ ਮਾਨਿਆ, ਗੁਰ ਕੈ ਸ਼ਬਦ ਅਪਾਰ। ਗੁਰੂ ਕਾ ਸ਼ਬਦ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ। ਸਤਿਗੁਰਾਂ ਦੇ ਸ਼ਬਦ ਦਾ ਹਿਰਦੇ 'ਚ ਮਨਨ ਕਰਕੇ ਜਿਨ੍ਹਾਂ ਦਾ ਮਨ ਮੰਨਿਆ, ਕਿਉਂਕਿ ਮਨ ਕਰਕੇ ਹੀ ਮਨ ਨੇ ਮੰਨਣਾ। ਜਦੋਂ ਇਸ ਮਨ ਵਿੱਚ ਗੁਰੂ ਕੇ ਸ਼ਬਦ ਨੂੰ ਮੰਨਾਂਗੇ ਫਿਰ ਇਹ ਮਨ ਮੰਨੇਗਾ, ਨਹੀਂ ਤਾਂ ਇਹ ਮਨ ਮੰਨਦਾ ਨਹੀਂ। ਇਹ ਕਹਿੰਦਾ ਮੈਂ ਨਹੀਂ ਮੰਨਦਾ, ਵੀ ਇਹ ਹੋ ਸਕਦਾ। ਪਰ ਜਦੋਂ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ 'ਚ ਮੰਨਦਾ ਤਾਂ ਉਸ ਮਨ ਕਰਕੇ ਹੀ ਫਿਰ ਇਹ ਮਨ ਮੰਨ ਜਾਂਦਾ ਹੈ। ਸਤਿਗੁਰੂ ਜੀ ਦੇ ਅਪਾਰ ਸ਼ਬਦ ਦੇ ਵਿੱਚ ਇਹ ਜੁੜ ਜਾਂਦਾ ਹੈ। ਇਹ ਸੱਜਣ ਮਿਲੇ ਨਾ ਵਿਛੋੜੈ, ਜੇ ਆਪ ਮਿਲੇ ਕਰਤਾਰ। ਇਹ ਸਤਿਗੁਰੂ ਜੀ ਰੂਪੀ ਸੱਜਣ ਜਿਹੜੇ ਸਾਨੂੰ ਮਿਲੇ ਨੇ, ਇਹ ਇੱਥੇ ਉੱਥੇ ਦੋਹਾਂ ਜਹਾਨਾਂ 'ਚ ਸਾਡੇ ਨਾਲੋਂ ਵਿਛੜਨ ਵਾਲੇ ਨਹੀਂ ਹਨ। ਇਹ ਸਦਾ ਨਾਲ ਰਹਿਣ ਵਾਲੇ ਨੇ। ਸਤਿਗੁਰੂ ਜੀ ਸਦਾ ਹੀ ਨਾਲ ਰਹਿੰਦੇ ਹੈ। ਇਹ ਸੱਜਣ ਮਿਲੇ ਨਾ ਵਿਛੜ ਹੈ। ਇਹ ਸਤਿਗੁਰੂ ਰੂਪੀ ਸੱਜਣ ਮਿਲੇ ਹੋਏ ਨਹੀਂ ਵਿਛੜਦੇ। ਜੇ ਆਪ ਮੇਲੇ ਕਰਤਾਰ, ਕਿਉਂਕਿ ਐਸੇ ਸੱਜਣ ਸਤਿਗੁਰਾਂ ਨਾਲ ਆਪ ਕਰਤਾਰ ਅਕਾਲ ਪੁਰਖ ਪਰਮੇਸ਼ਰ ਨੇ ਮੇਲਿਆ, ਤੇ ਜਿਹਦੇ ਨਾਲ ਕਰਤਾਰ ਨੇ ਮੇਲਿਆ ਹੋਵੇ ਉਹਦੇ ਨਾਲੋਂ ਵਿਛੋੜਾ ਪੈ ਹੀ ਨਹੀਂ ਸਕਦਾ। ਉਹ ਕਦੇ ਵਿਛੜ ਹੀ ਨਹੀਂ ਸਕਦੇ। ਸੋ ਐਸੇ ਸਤਿਗੁਰੂ ਰੂਪੀ ਸੱਜਣ ਸਾਨੂੰ ਮਿਲੇ ਨੇ, ਜਿਨ੍ਹਾਂ ਦੇ ਮਿਲਿਆ ਹੁਣ ਇਹ ਅਨੁਭਵ ਹੋ ਗਿਆ ਕਿ ਐਸੇ ਸਤਿਗੁਰੂ ਸੱਜਣ ਜੀ ਸਾਨੂੰ ਕਦੇ ਨਹੀਂ ਵਿਛੜਨਗੇ। ਉਹ ਸਦਾ ਨਾਲ ਰਹਿਣਗੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਕਿਉਂਕਿ ਕਰਤਾਰ ਨੇ, ਅਕਾਲ ਪੁਰਖ ਨੇ ਆਪ ਖੁਦ ਸਾਨੂੰ ਐਸੇ ਸਤਿਗੁਰੂ ਰੂਪੀ ਸੱਜਣ ਨਾਲ ਮੇਲਿਆ ਹੈ। ਇਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰਹਿ ਵਿਚਾਰ। ਇਕਨਾਂ ਨੂੰ ਸਤਿਗੁਰਾਂ ਦੇ ਦਰਸ਼ਨਾਂ ਦੀ ਪ੍ਰਤੀਤ ਨਹੀਂ ਆਉਂਦੀ, ਭਰੋਸਾ ਨਹੀਂ ਆਉਂਦਾ। ਇਕਨਾਂ ਦਰਸ਼ਨ ਕੀ ਪ੍ਰਤੀਤ ਨਾ ਆਈਆ। ਇੱਕ ਦਰਸ਼ਨ ਕਰ ਵੀ ਲੈਣ ਨਾ ਤੇ ਉਹਨਾਂ ਨੂੰ ਭਰੋਸਾ ਹੀ ਨਹੀਂ ਵੱਜਦਾ ਗੁਰੂ ਤੇ।
ਦਰਸ਼ਨ ਕਰਕੇ ਵੀ ਪ੍ਰਤੀਤ ਨਹੀਂ ਆਉਂਦੀ, ਭਰੋਸਾ ਨਹੀਂ ਆਉਂਦਾ, ਅੱਖਾਂ ਨਾਲ ਵੇਖ ਕੇ ਵੀ। ਐਸੀ ਵੀ ਦੁਨੀਆ ਹੈ, ਐਸੇ ਵੀ ਜੀਵ ਨੇ। ਔਰ ਉਹ ਕਦੇ ਵੀ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈ ਆ, ਇੱਕ ਨਾ ਨੂੰ ਸਤਿਗੁਰਾਂ ਦੇ ਦਰਸ਼ਨਾਂ ਦਾ ਭਰੋਸਾ ਨਹੀਂ ਆਉਂਦਾ। ਸ਼ਬਦ ਨਾ ਕਰਹਿ ਵਿਚਾਰ, ਉਹ ਕਦੇ ਵੀ ਸਤਿਗੁਰਾਂ ਦੇ ਸ਼ਬਦ ਦੀ, ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਨਹੀਂ ਸੁਣਦੇ। ਉਹਨਾਂ ਨੂੰ ਪ੍ਰਤੀਤ ਹੀ ਨਹੀਂ ਗੁਰੂ ਤੇ, ਉਹਨਾਂ ਨੂੰ ਭਰੋਸਾ ਹੀ ਨਹੀਂ। ਸਤਿਗੁਰਾਂ ਦੇ ਦਰਸ਼ਨ ਕਰਕੇ ਵੀ ਭਰੋਸਾ ਨਹੀਂ ਕਰਦੇ, ਬੇਪਰਤੀਤੇ ਹਨ। ਉਹਨਾਂ ਅੰਦਰ ਬੇਭਰੋਸਗੀ ਹੈ। ਏਦਾਂ ਦੀ ਬਿਰਤੀ ਹੈ ਮਨਮੁਖਾਂ ਵਿੱਚ। ਵਿਛੜਿਆ ਕਾ ਕਿਆ ਵਿਛੜੈ, ਜਿਨ੍ਹਾਂ ਦੂਜੈ ਭਾਏ ਪਿਆਰ। ਜਿਨ੍ਹਾਂ ਦੇ ਅੰਦਰ ਦੂਜੇ ਭਾਉ ਦੀ, ਦੁਬਦਾ ਦੀ ਬਿਰਤੀ ਹੈ, ਦਵੈਸ਼ ਵਿੱਚ ਜਿਨ੍ਹਾਂ ਦਾ ਚਿੱਤ ਹੈ, ਉਸ ਪਰਮੇਸ਼ਰ ਤੋਂ ਵਿਛੜੇ ਹੋਏ ਨੇ। ਉਹਨਾਂ ਵਿਛੜਿਆਂ ਦਾ ਹੋਰ ਕੀ ਵਿਛੜਨਾ, ਉਹ ਤਾਂ ਧੁਰ ਦਰਗਾਹੋਂ ਹੀ ਵਿਛੜੇ ਹੋਏ ਨੇ ਪਰਮੇਸ਼ਰ ਤੋਂ। ਜਿਨ੍ਹਾਂ ਅੰਦਰ ਦੂਜਾ ਭਾਵ ਦੁਬਦਾ ਹੈ। ਮਹਾਂਪੁਰਸ਼ ਇਸ ਤਰ੍ਹਾਂ ਵੀ ਅਰਥ ਕਰਦੇ ਨੇ, ਵਿਛੜਿਆਂ ਕਾ ਕਿਆ। ਥੋੜਾ ਜਿਹਾ ਇੱਥੇ ਰੁਕ ਜਾਈਏ, ਫਿਰ ਅੱਗੇ ਕਹੀਏ ਵਿਛੜ ਹੈ। ਜਮਕ ਦੇ ਕੇ ਇੱਥੇ ਅਰਥ ਕਰੀਏ ਤਾਂ ਅਰਥ ਏਦਾਂ ਹੁੰਦਾ ਹੈ ਕਿ ਜਿਹੜੇ ਉਸ ਰੱਬ ਤੋਂ ਵਿਛੜੇ ਹੋਏ ਨੇ, ਉਹਨਾਂ ਦਾ ਕੀ ਕਰੀਏ। ਵਿਛੜਿਆਂ ਕਾ ਕਿਆ, ਉਹਨਾਂ ਦਾ ਕਿਆ ਕਰੀਏ ਜਿਹੜੇ ਵਿਛੜੇ ਹੋਏ ਨੇ ਪਰਮੇਸ਼ਰ ਤੋਂ। ਤੇ ਫਿਰ ਜਵਾਬ ਦਿੰਦੇ ਨੇ, ਵਿਛੜਾ ਭਾਈ ਉਹਨਾਂ ਤੋਂ ਤੁਸੀਂ ਦੂਰ ਹੋ ਕੇ ਰਹੋ, ਉਹਨਾਂ ਤੋਂ ਵਿਛੋੜਾ ਕਰਕੇ ਰੱਖੋ। ਜਿਹੜੇ ਰੱਬ ਤੋਂ ਵਿਛੜੇ ਹੋਏ ਨੇ, ਉਹਨਾਂ ਦਾ ਵਿਛੋੜਾ ਕਰਕੇ ਉਹਨਾਂ ਤੋਂ ਦੂਰ ਹੋ ਕੇ ਰਹੋ। ਇਹ ਮਹਾਰਾਜ ਜੀ ਦਾ ਹੁਕਮ ਹੈ ਕਿ ਸਾਖਤਾਂ ਤੋਂ ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉ ਕਰ ਉਲਟੀ ਰੇ। ਸਾਖਤਾਂ ਤੋਂ ਆਪਣੀ ਬਿਰਤੀ ਉਲਟਾ ਕੇ ਰੱਖਣੀਆਂ। ਜਿਹੜੇ ਰੱਬ ਤੋਂ ਵਿਛੜੇ ਹੋਏ ਨੇ, ਉਹਨਾਂ ਰੱਬ ਤੋਂ ਵਿਛੜਿਆਂ ਹੋਇਆਂ ਨੂੰ ਤੁਸੀਂ ਵੀ ਵਿਛੋੜ ਦਿਓ ਭਾਈ। ਉਹਨਾਂ ਦੀ ਸੰਗਤ ਨਾ ਕਰੋ, ਕਿਉਂਕਿ ਟੁੱਟੇ ਹੋਏ ਤੋੜ ਦਿੰਦੇ ਆ ਛੇਤੀ। ਜਿਹੜੇ ਆਪ ਟੁੱਟੇ ਹੁੰਦੇ ਆ, ਆਪ ਪਰਮੇਸ਼ਰ ਤੋਂ ਦੂਰ ਹੁੰਦੇ ਆ, ਉਹ ਆਪਣੇ ਨਾਲ ਬਹਿਣ ਵਾਲਿਆਂ ਨੂੰ ਵੀ ਵਿਛੋੜ ਦਿੰਦੇ ਆ। ਤੇ ਤੋੜਨਾ ਬਹੁਤ ਸੌਖਾ ਹੁੰਦਾ, ਜੋੜਨ ਦੀ ਘਟਨਾ ਜਿਹੜੀ ਹੈ ਉਹ ਕਠਿਨ ਹੁੰਦੀ ਹੈ। ਤੋੜਨਾ ਤਾਂ ਕੋਈ ਵੀ ਕੰਮ ਕਰ ਸਕਦਾ, ਤੋੜਨ ਵਾਲਾ ਤਾਂ ਕਿਸੇ ਦਰਖਤ ਨਾਲੋਂ ਟਹਿਣੀ ਤੋੜਨੀ ਬਹੁਤ ਸੌਖੀ ਆ, ਉਹਨੂੰ ਮੁੜ ਕੇ ਜੋੜਨਾ ਬਹੁਤ ਮੁਸ਼ਕਲ ਹੈ, ਕਠਿਨ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ, ਜਿਹੜੇ ਰੱਬ ਤੋਂ ਵਿਛੜੇ ਨੇ ਭਾਈ, ਉਹਨਾਂ ਤੋਂ ਤੁਸੀਂ ਵੀ ਵਿਛੜ ਜਾਓ, ਯਾਨੀ ਕਿ ਸਾਖਤਾਂ ਤੋਂ ਦੂਰ ਹੋ ਕੇ ਰਹੋ। ਮਨ ਮੁਖ ਸੇਤੀ ਦੋ ਸਤੀ, ਥੋੜੜਿਆਂ ਦਿਨ ਚਾਰ। ਮਨਮੁਖਾਂ ਦੇ ਨਾਲ ਜਿਹੜੀ ਦੋਸਤੀ ਹੈ, ਮਨਮੁਖਾਂ ਨਾਲ ਜਿਹੜਾ ਪਿਆਰ ਹੈ, ਉਹ ਥੋੜੇ ਦਿਨਾਂ ਦਾ ਹੈ। 4 ਦਿਨਾਂ ਦੀ ਪ੍ਰੀਤ ਹੁੰਦੀ ਹੈ ਮਨਮੁਖਾਂ ਤੇ ਸਾਖਤਾਂ ਦੀ, ਸदैवी ਪ੍ਰੀਤ ਨਹੀਂ। ਮਨਮੁਖ ਸੇਤੀ ਦੋਸਤੀ, ਮਨਮੁਖਾਂ ਨਾਲ ਕੀਤੀ ਹੋਈ ਦੋਸਤੀ। ਥੋੜੜਿਆਂ ਦਿਨ ਚਾਰ, ਥੋੜੇ ਦਿਨਾਂ ਦੀ ਹੈ, 4 ਦਿਨਾਂ ਦੀ ਹੈ। ਮਨਮੁਖਾਂ ਦੀ ਪ੍ਰੀਤ ਬਹੁਤ ਦੂਰ ਲੰਮੇ ਸਮੇਂ ਤੱਕ ਨਹੀਂ ਚੱਲਦੀ। ਉਹ ਤਾਂ ਕੇਵਲ ਕੁਝ ਸਮੇਂ ਲਈ, ਜਿਵੇਂ ਕੋਈ ਕੁਸੁੰਬੇ ਦਾ ਰੰਗ ਹੁੰਦਾ ਹੈ, ਇੰਨੇ ਕੁ ਸਮੇਂ ਦੀ ਉਹਨਾਂ ਦੀ ਪ੍ਰੀਤ ਤੇ ਦੋਸਤੀ ਹੁੰਦੀ ਹੈ। ਇਸ ਕਰਕੇ ਗੁਰਦੇਵ ਕਹਿੰਦੇ, ਭਾਈ ਮਨਮੁਖਾਂ ਤੇ ਸਾਖਤਾਂ ਤੋਂ ਦੂਰੀ ਬਣਾ ਕੇ ਰੱਖੋ। ਜਿਹੜਾ ਮਨਮੁਖ ਹੈ, ਸਾਖਤ ਹੈ, ਦੁਰਜਨ ਹੈ, ਉਹਦੇ ਤੋਂ ਦੂਰੀ ਬਣਾ ਕੇ ਰੱਖੋ। ਉਹਦੇ ਤੋਂ ਆਪਣਾ ਮੁਖ ਫੇਰ ਕੇ ਰੱਖੋ, ਉਹਦੀ ਸੰਗਤ ਕਰਨ ਦੀ ਲੋੜ ਨਹੀਂ। ਕਿਉਂਕਿ ਮਨਮੁਖਾਂ ਦੀ ਦੋਸਤੀ ਥੋੜੇ ਸਮੇਂ ਦੀ ਹੈ। 4 ਦਿਨਾਂ ਦਾ ਮਤਲਬ ਹੁੰਦਾ ਵੀ ਥੋੜੇ ਦਿਨਾਂ ਦੀ ਪ੍ਰੀਤ ਹੈ। ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਾਈ, ਇਤ ਦੋਸਤੀ ਚੱਲਣ ਵਿਕਾਰ। ਮਨਮੁਖਾਂ ਦੇ ਨਾਲ ਜਿਹੜੀ ਪ੍ਰੀਤ ਹੁੰਦੀ ਹੈ, ਉਸ ਪ੍ਰੀਤ ਨੂੰ ਟੁੱਟਦਿਆਂ ਦੇਰੀ ਨਹੀਂ ਲੱਗਦੀ, ਵਿਲਮ ਨਾ ਹੋਵੇ, ਦੇਰੀ ਨਹੀਂ ਲੱਗਦੀ। ਔਰ ਉਹਨਾਂ ਦੀ ਦੋਸਤੀ ਕੀਤਿਆਂ ਹਿਰਦੇ 'ਚ ਵਿਕਾਰ ਚੱਲਦੇ ਨੇ। ਜਦੋਂ ਮਨਮੁਖਾਂ ਤੇ ਸਾਖਤਾਂ ਦੀ ਦੋਸਤੀ ਦੇ ਨਾਲ ਸਮਾਂ ਬਤੀਤ ਕਰਾਂਗੇ ਤਾਂ ਉਹਨਾਂ ਦੀ ਸੰਗਤ ਕੀਤਿਆਂ ਮਨ ਵਿਕਾਰੀ ਹੁੰਦਾ ਹੈ।
ਕਿਉਂਕਿ ਉਹ ਆਪ ਖੁਦ ਵਿਕਾਰੀ ਨੇ, ਆਪਣੇ ਵਰਗਾ ਬਣਾ ਲੈਂਦੇ ਆਪਣੀ ਸੰਗਤ ਕਰਨ ਵਾਲਿਆਂ। ਸਾਖਤਾਂ ਨੂੰ ਤਾਂ ਵੇਖ ਕੇ ਪਾਤਸ਼ਾਹ ਕਹਿੰਦੇ ਦੂਰੋਂ ਹੀ ਭੱਜ ਜੋ ਬਈ, ਕਿਉਂਕਿ ਉਹਨਾਂ ਨੇ ਆਪਣਾ ਰੰਗ ਦੇ ਦੇਣਾ। ਉਹਨਾਂ ਦੀ ਸੰਗਤ ਵਿੱਚ ਬੈਠਿਆਂ ਉਹਨਾਂ ਜੈਸੀਆਂ ਆਦਤਾਂ, ਉਹਨਾਂ ਜੈਸਾ ਸੁਭਾਅ, ਉਹਨਾਂ ਜੈਸੇ ਔਗਣ ਸੁਤੇ ਸਿੱਧ ਹਿਰਦੇ 'ਚ ਆ ਜਾਂਦੇ ਹਨ। ਗਰੀਬਨ ਸਾਡੀ ਅਵਸਥਾ ਇਤਨੀ ਪਰਪੱਕ ਨਹੀਂ ਹੈ ਕਿ ਅਸੀਂ ਸਾਖਤਾਂ ਦੀ ਸੰਗਤ ਵਿੱਚ ਜਾ ਕੇ ਬੈਠੀਏ ਤੇ ਸਾਡੇ ਮਨ ਤੇ ਅਸਰ ਨਾ ਹੋਵੇ। ਹਾਲੇ ਅਸੀਂ ਇੰਨੇ ਪਰਪੱਕ ਨਹੀਂ ਹੋਏ। ਇੱਕ ਮਹਾਤਮਾ ਪੂਰਨਤਾ ਨੂੰ ਜਦੋਂ ਪ੍ਰਾਪਤ ਹੋ ਜਾਂਦਾ, ਜੇ ਕਿਤੇ ਉਹ ਸਾਖਤਾਂ ਦੀ ਸੰਗਤ ਵਿੱਚ ਜਾ ਬੈਠੇ ਤਾਂ ਉਹਦੇ ਤੇ ਉਹਨਾਂ ਦਾ ਅਸਰ ਨਹੀਂ ਹੁੰਦਾ। ਬੋੜ ਦਾ ਦਰਖਤ ਜਦੋਂ ਛੋਟਾ ਹੁੰਦਾ ਉਹਨੂੰ ਕੋਈ ਬੱਚਾ ਵੀ ਤੋੜ ਦਿੰਦਾ ਹੈ। ਜਦੋਂ ਉਹਦਾ ਆਕਾਰ ਵਿਸ਼ਾਲ ਹੋ ਜਾਏ ਤੇ ਫਿਰ ਉਹਦੇ ਨਾਲ ਹਾਥੀ ਵੀ ਬੰਨ੍ਹ ਦਿਓ ਤੇ ਆਪਣੀ ਜਗ੍ਹਾ ਤੋਂ ਟਸ ਤੋਂ ਮਸ ਨਹੀਂ ਹੁੰਦਾ। ਅਸੀਂ ਜਗਿਆਸੂਆਂ ਬੋੜ ਦੇ ਦਰਖਤ ਵਾਂਗੂ, ਹਾਲੇ ਸਾਡਾ ਰੂਪ ਛੋਟਾ ਹੈ, ਸਾਨੂੰ ਬਹੁਤ ਸੰਭਲ ਕੇ ਚੱਲਣਾ ਪਏਗਾ। ਜਿਵੇਂ ਜਿਵੇਂ ਕੋਈ ਮਹਾਪੁਰਸ਼ ਆਤਮ ਗਿਆਨ ਨੂੰ ਪ੍ਰਾਪਤ ਹੋ ਜਾਂਦਾ, ਬੋੜ ਦੇ ਦਰਖਤ ਵਾਂਗੂ ਵਿਸ਼ਾਲ ਹੋ ਜਾਂਦਾ, ਫਿਰ ਉਹਦੇ ਤੇ ਕਿਸੇ ਸਾਖਤ ਦੀ ਸੰਗਤ ਦਾ ਅਸਰ ਨਹੀਂ ਪੈਂਦਾ। ਜਿਵੇਂ ਚੰਦਨ ਨੂੰ ਸੱਪਾਂ ਨੇ ਬਲੇਡੇ ਮਾਰੇ ਹੁੰਦੇ ਐ, ਉਹ ਡਸਦੇ ਵੀ ਆ, ਉਹਦੇ ਤੇ ਜ਼ਹਿਰ ਵੀ ਸੁੱਟਦੇ ਐ, ਪਰ ਉਹ ਚੰਦਨ ਦਾ ਬੂਟਾ ਆਪਣੀ ਸ਼ੀਤਲਤਾ ਦੇ ਸੁਭਾਅ ਦਾ ਤਿਆਗ ਨਹੀਂ ਕਰਦਾ। ਦੇਹੋ ਬੱਗਾ ਤਪੈ ਘਣਾ, ਕਾਲਿਆਂ ਕਾਲੇ ਵਨ। ਕਹਿੰਦੇ ਜਿਵੇਂ ਦਿਨ ਤਪਦਾ ਹੋਵੇ ਤੇ ਚਿੱਟੇ ਰੰਗ ਦੇ ਦਿਨ 'ਚ ਕਾਲੀਆਂ ਵਸਤੂਆਂ ਕਾਲੀਆਂ ਰਹਿੰਦੀਆਂ ਹਨ, ਤੇ ਰਾਤੀ ਹੋਵਨ ਕਾਲੀਆਂ ਸੋ ਪੇਦਾ ਸੇ ਵਨ। ਦੇਹੋ ਬੱਗਾ ਤਪੈ ਘਣਾ, ਕਾਲਿਆਂ ਕਾਲੇ ਵਨ। ਰਾਤਾਂ ਕਾਲੀਆਂ ਹੁੰਦੀਆਂ ਤੇ ਕਾਲੀਆਂ ਰਾਤਾਂ ਵਿੱਚ ਕੋਈ ਚਿੱਟੀ ਚੀਜ਼ ਪਈ ਹੋਵੇ, ਸਫੇਦ ਹੀ ਰਹਿੰਦੀ ਹੈ, ਕਾਲੀ ਨਹੀਂ ਹੁੰਦੀ। ਸਾਖਤਾਂ ਦੀ ਸੰਗਤ ਵਿੱਚ ਕੋਈ ਮਹਾਪੁਰਸ਼ ਮਹਾਤਮਾ ਆਤਮ ਗਿਆਨੀ ਚਲਾ ਜੇ ਤੇ ਉੱਥੇ ਉਹਨਾਂ ਵਰਗਾ ਨਹੀਂ ਹੋ ਜਾਂਦਾ, ਉੱਥੇ ਜਾ ਕੇ ਵੀ ਮਹਾਪੁਰਸ਼ ਹੀ ਰਹਿੰਦਾ ਹੈ। ਹੀਰਾ ਕਿਤੇ ਚਿੱਕੜ 'ਚ ਵੀ ਜਾ ਡਿੱਗੇ ਤੇ ਉੱਥੇ ਵੀ ਹੀਰਾ ਰਹਿੰਦਾ ਹੈ। ਸੋਨਾ ਕਿਤੇ ਚਿੱਕੜ ਵਿੱਚ ਵੀ ਜਾ ਡਿੱਗੇ ਤੇ ਉਹਦੀ ਕੀਮਤ ਨਹੀਂ ਘਟਦੀ। ਪਰ ਸਾਨੂੰ ਜਿਹੜੇ ਅਸੀਂ ਜਗਿਆਸੂ ਆ, ਹਾਲੇ ਟੁਰੇ ਹੋਏ ਆ, ਸਾਨੂੰ ਬੜਾ ਸੁਚੇਤ ਹੋ ਕੇ ਰਹਿਣਾ ਪੈਂਦਾ। ਇਸ ਕਰਕੇ ਮਹਾਰਾਜ ਜੀ ਸਾਨੂੰ ਸਾਵਧਾਨ ਕਰਦੇ ਨੇ। ਕਹਿੰਦੇ ਭਾਈ ਇਹ ਜਿਹੜੇ ਮਨਮੁਖ ਤੇ ਸਾਖਤ ਨੇ, ਇਹਨਾਂ ਦੀ ਜਿਹੜੀ ਪ੍ਰੀਤ ਹੈ ਉਹਦੇ ਟੁੱਟਦਿਆਂ ਦੇਰੀ ਨਹੀਂ ਲੱਗਦੀ। ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ ਤੇ ਦੋਸਤੀ ਚਲਨ ਵਿਕਾਰ। ਇਹਨਾਂ ਦੀ ਦੋਸਤੀ ਦੇ ਨਾਲ ਹਿਰਦੇ 'ਚ ਵਿਕਾਰ ਚੱਲਦੇ ਨੇ। ਮਨਮੁਖਾਂ ਦੀ ਸੰਗਤ ਕੀਤਿਆਂ ਉਹਨਾਂ ਜੈਸੀ ਖੋਟੀ ਬਿਰਤੀ ਹਿਰਦੇ 'ਚ ਆਉਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਸੰਸਾਰ ਦੇ ਵਿੱਚ ਕਿਸੇ ਵੀ ਵਿਅਕਤੀ ਨਾਲ ਸੰਗ ਕਰਦੇ ਹੋ, ਕਿਸੇ ਨਾਲ ਵੀ ਮਿਲਦੇ ਬੈਠਦੇ ਹੋ, ਜਦੋਂ ਉਹਦੇ ਵਿੱਚ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਖਾਮੀ ਵੇਖੋਗੇ, ਔਗਣ ਵੇਖੋਗੇ, ਔਗਣ ਵੇਖ ਕੇ ਭਾਵੇਂ ਨਜ਼ਰਅੰਦਾਜ਼ ਵੀ ਕਰੀ ਚਲੇ ਜਾਓ, ਜਿਵੇਂ ਜਿਵੇਂ ਉਹਨਾਂ ਦੀ ਸੰਗਤ ਵਿੱਚ ਤੁਹਾਡਾ ਸਮਾਂ ਵੱਧ ਬੀਤੇਗਾ, ਤਿਵੇਂ ਤਿਵੇਂ ਉਹ ਔਗਣ ਤੁਹਾਡੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਇਹ ਸੁਭਾਵਕ ਹੈ। ਉੱਦਾਂ ਦੀ ਆਦਤਾਂ, ਉੱਦਾਂ ਦਾ ਉਹਦੇ ਵਰਗਾ ਬੋਲ ਚਾਲ, ਉੱਦਾਂ ਦਾ ਸੁਭਾਅ, ਉਹ ਸੁੱਤੇ ਸਿੱਧ ਬਣਨਾ ਸ਼ੁਰੂ ਹੋ ਜਾਂਦਾ ਹੈ। ਪਰਮੇਸ਼ਰ ਨੇ ਸਾਡੇ ਸਰੀਰ ਦੀ ਬਣਤਰ ਐਸੀ ਬਣਾਈ ਹੈ, 40 ਦਿਨਾਂ ਤੱਕ ਤੁਸੀਂ ਕਿਸੇ ਵੀ ਵਸਤੂ ਨੂੰ ਇਸ ਸਰੀਰ ਦੇ ਨਾਲ ਹਿਲਾ ਲਵੋ, 40 ਦਿਨਾਂ ਬਾਅਦ ਚਲਦਿਆਂ ਚਲਦਿਆਂ ਉਹਦੀ ਆਦਤ ਬਣ ਜਾਂਦੀ ਹੈ। ਕੁਦਰਤੀ ਤੌਰ ਤੇ ਕਿਸੇ ਵੀ ਵਸਤੂ ਨੂੰ 40 ਦਿਨ ਤੱਕ ਲਗਾਤਾਰ ਨਿਰੰਤਰ ਇੱਕ ਸਮੇਂ ਕਰਦੇ ਚਲੇ ਜਾਓ ਤੇ 41ਵੇਂ ਦਿਨ ਤੁਹਾਡਾ ਸਰੀਰ ਆਪਣੇ ਆਪ ਉਸ ਚੀਜ਼ ਦੀ ਮੰਗ ਕਰਨ ਲੱਗ ਪਵੇਗਾ ਵੀ ਇਹ ਹੋਣਾ ਚਾਹੀਦਾ। ਤੋ ਪਾਰ ਬ੍ਰਹਮ ਪਰਮੇਸ਼ਰ ਨੇ ਖੇੜੇ ਰਚਨਾ ਹੀ ਸਰੀਰ ਦੀ ਇਹੋ ਜਿਹੀ ਰਚੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਹਾਂਪੁਰਸ਼ਾਂ ਸਾਧੂਆਂ ਦੀ ਸੰਗਤ ਕਰੀਏ, ਜਿਨ੍ਹਾਂ ਦੀ ਸੰਗਤ ਕੀਤਿਆਂ ਸਾਡਾ ਅੰਤ ਨੂੰ ਨਿਰਵਾਹ ਹੋਣਾ ਹੈ। ਸਾਖਤਾਂ ਤੇ ਦੁਰਜਨਾਂ ਦੀ ਸੰਗਤ ਵਿੱਚ ਜਾ ਕੇ ਹਿਰਦੇ 'ਚ ਵਿਕਾਰ ਚੱਲਦੇ ਹਨ। ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਾਹੀ, ਨਾਮ ਨਾ ਕਰਹਿ ਪਿਆਰ। ਜਿਨ੍ਹਾਂ ਦੇ ਅੰਦਰ ਸੱਚੇ ਸਾਹਿਬ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਡਰ ਨਹੀਂ ਹੈ, ਭਾਉ ਨਹੀਂ ਹੈ,
ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਕੋਈ ਖੌਫ ਨਹੀਂ, ਭੈ ਨਹੀਂ। ਨਾਮ ਨਾ ਕਰਹਿ ਪਿਆਰ, ਜਿਨ੍ਹਾਂ ਦੇ ਹਿਰਦਿਆਂ 'ਚ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਉਹ ਪਿਆਰਾ ਨਹੀਂ, ਜਿਹੜੇ ਅਕਾਲ ਪੁਰਖ ਦੇ ਨਾਮ ਨੂੰ ਪਿਆਰ ਨਹੀਂ ਕਰਦੇ। ਕਲੀ ਕਾਲ ਦਾ ਸਮਾਂ ਬੜਾ ਭਿਆਨਕ ਵਰਤ ਰਿਹਾ ਹੈ। ਲੋਕਾਂ ਦੇ ਦਿਲਾਂ ਵਿੱਚੋਂ ਪਰਮੇਸ਼ਰ ਦਾ ਭੈ ਤੇ ਖੌਫ ਖਤਮ ਹੋ ਰਿਹਾ ਹੈ। ਆਪਣੇ ਇਸ਼ਟ ਦਾ, ਆਪਣੇ ਗੁਰੂ ਪੀਰ ਦਾ, ਆਪਣੇ ਵਾਹਿਗੁਰੂ ਪਰਮੇਸ਼ਰ ਦਾ ਭੈ ਹਿਰਦੇ 'ਚੋਂ ਚਲਿਆ ਜਾ ਰਿਹਾ ਹੈ। ਇਸੇ ਕਰਕੇ ਧਰਮ ਸਥਾਨਾਂ ਦੇ ਉੱਤੇ ਅਨੇਕਾਂ ਹੀ ਇਹੋ ਜਿਹੇ ਲੋਕ ਨੇ ਜਿਹੜੀਆਂ ਮਾੜੀਆਂ ਬਿਰਤੀਆਂ ਧਾਰਨ ਕਰਕੇ ਪਰਮੇਸ਼ਰ ਦੇ ਭੈ ਤੋਂ ਵਿਹੂਣੇ ਹੋ ਕੇ ਉਹਨਾਂ ਸਥਾਨਾਂ ਦੀਆਂ ਬੇਅਦਬੀਆਂ ਕਰਨ ਲਈ ਯਤਨ ਕਰਦੇ ਹੈ। ਕਿਉਂਕਿ ਪਰਮੇਸ਼ਰ ਦਾ ਭਉ ਨਹੀਂ, ਉਹਨਾਂ ਅੰਦਰ ਅਕਾਲ ਪੁਰਖ ਦਾ ਖੌਫ ਨਹੀਂ। ਅਸੀਂ ਇਹ ਕੀ ਕਰ ਰਹੇ ਹਾਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਇਹੋ ਜਿਹੇ ਮਾਨਮੁਖ ਸਾਖਤ ਤੇ ਦੁਰਜਨ ਨੇ, ਜਿਨ੍ਹਾਂ ਅੰਦਰ ਪਰਮੇਸ਼ਰ ਦਾ ਭਉ ਨਹੀਂ, ਨਾਮ ਨਾ ਕਰਹਿ ਪਿਆਰ, ਉਹ ਪਰਮੇਸ਼ਰ ਦੇ ਨਾਮ ਨਾਲ ਵੀ ਪਿਆਰ ਨਹੀਂ ਕਰਦੇ। ਉਹਨਾਂ ਅੰਦਰ ਅਕਾਲ ਪੁਰਖ ਦਾ ਵੀ ਕੋਈ ਭਉ ਨਹੀਂ, ਕੇਵਲ ਆਪਣਾ ਸਵਾਰਥ ਪੂਰਦੇ ਹਨ। ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਿਹੜੇ ਇਹੋ ਜਿਹੇ ਮਨਮੁਖ ਨੇ, ਜਿਹੜੇ ਰੱਬ ਦਾ ਭਉ ਨਹੀਂ ਮੰਨਦੇ, ਉਹਨਾਂ ਨਾਲ ਕਾਹਦੀ ਦੋਸਤੀ ਕਰਨੀ ਹੋਈ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਹੀ ਭੁਲਾਇਆ ਹੋਇਆ ਹੈ। ਇਹੋ ਜਿਹੇ ਜਿਹੜੇ ਰੱਬ ਨੂੰ ਭੁਲਾਏ ਹੋਏ ਜਾਂ ਜਿਨ੍ਹਾਂ ਨੂੰ ਰੱਬ ਨਹੀਂ ਭੁਲਾ ਦਿੱਤਾ ਹੈ, ਉਹਨਾਂ ਨਾਲ ਕਾਹਦੀ ਦੋਸਤੀ ਕਰਨੀ ਹੋਈ? ਇਹੋ ਜਿਹੇ ਮਨਮੁਖਾਂ ਤੇ ਸਾਖਤਾਂ ਨਾਲ। ਜਿਹੜੇ ਰੱਬ ਦਾ ਭਉ ਨਹੀਂ ਮੰਨਦੇ, ਪਰਮੇਸ਼ਰ ਦਾ ਭਉ ਨਹੀਂ ਮੰਨਦੇ, ਉਹਨਾਂ ਨਾਲ ਕਾਹਦੀ ਦੋਸਤੀ ਹੋਈ? ਮਹੱਲਾ ਤੀਜਾ। ਇੱਕ ਸਾਦਾ ਇੱਕ ਤੈ ਰੰਗ ਰਹਿ, ਤਿਨ ਕੈ ਹਾਂ ਸਾਧ ਬਲਿਹਾਰੈ ਜਾਓ। ਉਹ ਨੇ ਜਿਹੜੇ ਸਦਾ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਇੱਕ ਸਦਾ ਇੱਕ ਤੈ ਰੰਗ ਰਹਿ, ਇੱਕ ਉਹ ਨੇ ਜਿਹੜੇ ਸਦਾ ਉਸ ਹਰੀ ਪਰਮੇਸ਼ਰ ਦੇ ਰੰਗ 'ਚ ਰੰਗੇ ਰਹਿੰਦੇ ਹੈ। ਤਿਨ ਕੈ ਹੋ ਸਦ ਬਲਿਹਾਰੈ ਜਾਓ, ਕਹਿੰਦੇ ਮੈਂ ਤਿਨਾਂ ਤੋਂ ਸਦਾ ਲਈ ਬਲਿਹਾਰ ਜਾਂਦਾ ਹਾਂ, ਤਿਨਾਂ ਤੋਂ ਵਾਰੇ ਜਾਂਦਾ ਹਾਂ, ਜਿਹੜੇ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨੇ। ਰੰਗਿਆਂ ਹੋਇਆਂ ਤੋਂ ਮੈਂ ਬਲਿਹਾਰ ਜਾਂਦਾ ਹਾਂ। ਪਰਮੇਸ਼ਰ ਦੀ ਭਜਨ ਬੰਦਗੀ ਦੇ ਰੰਗ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਰੰਗ ਕੇ ਰੱਖਦੇ ਅੱਠੇ ਪੈਰ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ, ਉਹ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ। ਮਹਾਰਾਜ ਜੀ ਕਹਿੰਦੇ ਮੈਂ ਤਿਨਾਂ ਤੋਂ ਸਦਾ ਹੀ ਬਲਿਹਾਰ ਜਾਂਦਾ ਹਾਂ। ਤਨ ਮਨ ਧਨ ਅਰਪੀ ਤਿਨ ਕੋ, ਨਿਵ ਨਿਵ ਲਾਗੋ ਪਾਏ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਨੇ, ਕਬੀਰ ਜੀ ਜੈਸੇ, ਰਵਿਦਾਸ ਜੀ ਜੈਸੇ, ਸਦਨਾ ਜੀ ਜੈਸੇ, ਸੈਣ ਜੀ ਜੈਸੇ, ਪਰਮਾਨੰਦ ਰਾਮਾਨੰਦ, ਸੂਰਦਾਸ ਜੀ ਜੈਸੇ, ਭਗਤ ਜੈਦੇਵ ਜੀ ਵਰਗੇ ਮਹਾਂਪੁਰਸ਼, ਭੱਟ ਨਲ ਜੀ ਵਰਗੇ, ਭੱਟ ਮਥੁਰਾ ਜੀ ਵਰਗੇ, ਭੱਟ ਕੀਰਤ ਜੀ ਵਰਗੇ ਮਹਾਂਪੁਰਸ਼, ਬਾਬਾ ਬੁੱਢਾ ਸਾਹਿਬ ਜੈਸੇ, ਕਹਿੰਦੇ ਮੈਂ ਤਿਨਾਂ ਦੇ ਚਰਨਾਂ ਵਿੱਚ ਆਪਣਾ ਤਨ ਮਨ ਧਨ ਅਰਪਦਾ ਹਾਂ। ਤਿੰਨ ਕੋ ਨਿਵ ਨਿਵ ਲਾਗੋਂ ਪਾਏ, ਮੈਂ ਤਿਨਾਂ ਦੇ ਚਰਨਾਂ 'ਚ ਨਿਵ ਨਿਵ ਕੇ ਉਹਨਾਂ ਦੇ ਚਰਨੀ ਲੱਗਦਾ ਹਾਂ, ਜਿਹੜੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨੇ। ਤਿਨਾਂ ਦੇ ਚਰਨਾਂ ਵਿੱਚ ਮੈਂ ਆਪਣਾ ਤਨ ਮਨ ਧਨ ਅਰਪਦਾ ਹਾਂ, ਔਰ ਤਿੰਨ ਕੋ ਨਿਵ ਨਿਵ ਲਾਗੋਂ ਪਾਏ, ਤਿਨਾਂ ਨੂੰ ਨਿਵ ਨਿਵ ਕੇ ਝੁਕ ਕੇ ਮੈਂ ਤਿਨਾਂ ਦੇ ਚਰਨੀ ਲੱਗਦਾ, ਤਿਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਤਿੰਨ ਮਿਲਿਆ ਮਨ ਸੰਤੋਖੀਐ, ਤ੍ਰਿਸ਼ਨਾ ਭੁੱਖ ਸਭ ਜਾਏ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਸ਼ ਨੇ, ਤਿਨਾਂ ਨਾਲ ਮਿਲ ਕੇ ਮਨ ਨੂੰ ਸੰਤੋਖ ਆਉਂਦਾ, ਸਬਰ ਆ ਜਾਂਦਾ ਮਨ ਨੂੰ। ਜਦੋਂ ਕਿਸੇ ਸਤਿਪੁਰਸ਼ ਦੀ ਸੰਗਤ ਕਰੀਏ, ਉਹਦੇ ਦਰਸ਼ਨ ਕੀਤੇ ਹੀ ਹਿਰਦੇ ਨੂੰ ਸੰਤੋਖ ਆ ਜਾਂਦਾ ਹੈ। ਉਹਦੇ ਨਾਲ ਗੱਲਬਾਤ ਕਰਨ ਤੋਂ ਵੀ ਪਹਿਲਾਂ ਹੀ
ਉਹਦੇ ਬਚਨ ਸੁਣਨ ਤੋਂ ਪਹਿਲਾਂ ਦਰਸ਼ਨ ਕੀਤੇ ਹੀ ਸੰਤੋਖ ਆ ਜਾਂਦਾ ਹੈ। ਨਾਮ ਜਪਣ ਵਾਲੀਆਂ ਗੁਰਮੁਖ ਰੂਹਾਂ ਦੇ ਮਹਾਰਾਜ ਜੀ ਕਹਿੰਦੇ ਤਿਨ ਮਿਲਿਆ ਮਨ ਸੰਤੋਖੀਐ, ਤਿਨਾਂ ਨੂੰ ਮਿਲ ਕੇ ਮਨ ਸੰਤੋਖਿਆ ਜਾਂਦਾ। ਤ੍ਰਿਸ਼ਨਾ ਭੁੱਖ ਸਭ ਜਾਏ। ਹਿਰਦੇ ਦੀ ਜਿਤਨੀ ਤ੍ਰਿਸ਼ਨਾ ਜਾਂ ਪਦਾਰਥਾਂ ਦੀ ਭੁੱਖ ਹੈ ਉਹ ਸਾਰੀ ਹਿਰਦੇ ਚੋਂ ਚਲੀ ਜਾਂਦੀ ਹੈ। ਨਾ ਤ੍ਰਿਸ਼ਨਾ ਰਹਿੰਦੀ ਹੈ, ਨਾ ਕਿਸੇ ਪਦਾਰਥ ਦੀ ਭੁੱਖ ਰਹਿੰਦੀ ਹੈ। ਤ੍ਰਿਸ਼ਨਾ ਤੇ ਭੁੱਖ ਦੋਨਾਂ ਤੋਂ ਰਹਿਤ ਹੋ ਜਾਈਦਾ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ, ਪਰਮੇਸ਼ਰ ਦੇ ਪਿਆਰਿਆਂ ਨੂੰ ਮਿਲੀਏ। ਨਾਨਕ ਨਾਮ ਰਤੈ ਸੁਖੀਐ ਸਦਾ, ਸੱਚੇ ਸਿਉ ਲਿਵ ਲਾਏ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਜਿਹੜੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਨੇ ਉਹ ਸਦਾ ਹੀ ਸੁਖੀ ਨੇ, ਔਰ ਉਹਨਾਂ ਨੇ ਆਪਣੇ ਸੱਚੇ ਸਾਹਿਬ ਦੇ ਨਾਲ ਆਪਣੀ ਲਿਵ ਲਾਈ ਹੋਈ ਹੈ। ਲਿਵ ਦਾ ਮਤਲਬ ਹੁੰਦਾ ਲਗਾਤਾਰ ਨਿਰੰਤਰ ਇੱਕ ਰਸ ਪਰਮੇਸ਼ਰ ਦੇ ਚਰਨਾਂ ਨਾਲ ਸੁਰਤ ਦਾ ਜੁੜ ਜਾਣਾ ਨੂੰ ਕਹਿੰਦੇ ਆ ਲਿਵ ਲੱਗਣੀ। ਜਦੋਂ ਅੱਠੇ ਪੈਰ ਨਿਰੰਤਰ ਇੱਕ ਰਸ ਪਰਮੇਸ਼ਰ ਨਾਲ ਸੁਰਤ ਜੁੜ ਜੇ, ਜਿਵੇਂ ਸਰੀਰ 'ਚ ਲਗਾਤਾਰ ਨਿਰੰਤਰ ਸਵਾਸਾਂ ਦੀ ਪ੍ਰਕਿਰਿਆ ਚੱਲਦੀ ਹੈ, ਇਦਾਂ ਲਗਾਤਾਰ ਨਿਰੰਤਰ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਬਣਿਆ ਰਹੇ, ਉਹਨੂੰ ਕਹਿੰਦੇ ਨੇ ਲਿਵ ਲੱਗ ਜਾਣਾ। ਤੋ ਜਿਨ੍ਹਾਂ ਦੀ ਸੱਚੇ ਨਾਲ ਲਿਵ ਲੱਗੀ ਹੋਈ ਹੈ ਔਰ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ ਉਹ ਸਦਾ ਹੀ ਸੁਖੀ ਨੇ। ਸੁਖੀਏ ਸਦਾ, ਉਹ ਸਦਾ ਹੀ ਸੁਖੀ ਨੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਦੋਹਾਂ ਜਹਾਨਾਂ ਵਿੱਚ ਉਹ ਸੁਖੀ ਹਨ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਉਚਾਰਨ ਕਰਦੇ ਹਨ। ਤਿਸ ਗੁਰ ਕੋ ਹਾਂ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਫਰਮਾਉਂਦੇ ਨੇ ਕਿ ਮੈਂ ਤਿਸ ਗੁਰੂ ਤੋਂ ਸਦਾ ਲਈ ਵਾਰੇ ਜਾਂਦਾ ਹਾਂ, ਤਿਸ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਮੇਰੇ ਜਿਸ ਗੁਰੂ ਨੇ ਮੈਨੂੰ ਹਰੀ ਪਰਮੇਸ਼ਰ ਦੀ ਕਥਾ ਸੁਣਾਈ ਹੈ। ਤਿਸ ਗੁਰੂ ਤੋਂ ਬਲਿਹਾਰ, ਨਹੀਂ ਤਾਂ ਸਾਨੂੰ ਹਰੀ ਦੇ ਸਵਰੂਪ ਦਾ ਕੀ ਪਤਾ ਲੱਗਣਾ। ਗੁਰਸਿੱਖ ਦਾ ਆਪਣੇ ਗੁਰੂ ਤੇ ਇਤਨਾ ਯਕੀਨ ਤੇ ਭਰੋਸਾ ਹੋਣਾ ਚਾਹੀਦਾ ਕਿ ਜੋ ਮੇਰੇ ਗੁਰੂ ਨੇ ਕਹਿ ਦਿੱਤਾ ਉਹ ਸੱਤ ਹੈ। ਮੈਂ ਰੱਬ ਨਹੀਂ ਵੇਖਿਆ, ਮੈਂ ਪਰਮੇਸ਼ਰ ਨਹੀਂ ਵੇਖਿਆ, ਇੰਨਾ ਭਰੋਸਾ। ਹਾਲਾਂਕਿ ਪਰਮੇਸ਼ਰ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਗੁਰੂ ਤੇ ਭਰੋਸਾ ਇੰਨਾ ਵੀ ਮੈਂ ਰੱਬ ਨਹੀਂ ਵੇਖਿਆ, ਮੈਂ ਨਹੀਂ ਪਰਮੇਸ਼ਰ ਵੇਖਿਆ, ਪਰ ਮੇਰਾ ਗੁਰੂ ਕਹਿੰਦਾ ਪਰਮੇਸ਼ਰ ਹੈ ਤਾਂ ਮੈਂ ਕਹਿਣਾ ਹੈ, ਇੰਨਾ ਭਰੋਸਾ। ਜੋ ਗੁਰੂ ਨੇ ਕਹਿ ਦਿੱਤਾ ਉਹੀ ਸਾਡੇ ਲਈ ਇਤੀ ਹੈ, ਇਤੀ, ਉਸ ਤੋਂ ਪਰੇ ਸਾਡੇ ਲਈ ਹੋਰ ਕੁਝ ਵੀ ਨਹੀਂ। ਮੈਂ ਆਪਣੇ ਐਸੇ ਗੁਰੂ ਤੋਂ ਵਾਰੇ ਜਾਵਾਂ, ਮੇਰੇ ਜਿਸ ਗੁਰੂ ਨੇ ਮੈਨੂੰ ਹਰੀ ਦੀ ਕਥਾ ਸੁਣਾਈ ਹੈ। ਆ ਜਿਤਨੀ ਗੁਰਬਾਣੀ ਹੈ ਹਰੀ ਕਥਾ ਹੈ, ਪਰਮੇਸ਼ਰ ਦੀ ਕਥਾ ਹੈ, ਇਹ ਅਕਾਲ ਪੁਰਖ ਦੀ ਕਥਾ ਹੈ। ਨਿਰੰਕਾਰ ਦੀਆਂ ਹੀ ਕਥਾ ਕਹਾਣੀਆਂ ਚੱਲ ਰਹੀਆਂ ਨੇ। ਤਦੇ ਮਹਾਰਾਜ ਜੀ ਕਹਿੰਦੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰੀ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਮੇਰੇ ਗੁਰੂ ਮਿੱਤਰ ਨੇ ਮੈਨੂੰ ਸੁਣਾਈਆਂ, ਤੇ ਮੇਰੇ ਜਿਸ ਗੁਰੂ ਮਿੱਤਰ ਨੇ ਮੈਨੂੰ ਹਰੀ ਪਰਮੇਸ਼ਰ ਦੀ ਕਥਾ ਸੁਣਾਈ ਹੈ, ਮੈਂ ਉਹਦੇ ਤੋਂ ਵਾਰੇ ਜਾਵਾਂ, ਮੈਂ ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਐਸੇ ਗੁਰੂ ਤੋਂ। ਐਸੇ ਗੁਰ ਕੋ ਬਲ ਬਲ ਜਾਈਐ, 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 ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੇ, ਆਪ
ਆਪ ਮੁਕਤ ਮੋਹਿ ਤਾਰੇ। ਐਸੇ ਗੁਰੂ ਤੋਂ ਬਲਿਹਾਰ ਜਾਈਏ, ਐਸੇ ਗੁਰੂ ਤੋਂ ਬਾਰੇ ਬਾਰੇ ਜਾਈਏ ਜਿਸ ਗੁਰੂ ਨੇ ਮੈਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਥਾ ਸੁਣਾਈ ਹੈ। ਤਿਸ ਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਭਗਤ ਬਣਤ ਬਣਾਈ। ਮੈਂ ਤਿਸ ਗੁਰੂ ਤੋਂ ਸਦਾ ਬਲਿਹਾਰ ਜਾਵਾਂ, ਤਿਸ ਗੁਰੂ ਤੋਂ ਸਦਾ ਵਾਰੇ ਵਾਰੇ ਜਾਵਾਂ। ਮੇਰੇ ਜਿਸ ਗੁਰੂ ਨੇ ਮੇਰੇ ਹਰੀ ਪਰਮੇਸ਼ਰ ਨਾਲ ਮੇਰੀ ਭਗਤੀ ਦੀ ਬਣਤ ਬਣਾ ਦਿੱਤੀ ਹੈ। ਪ੍ਰਮਾਤਮਾ ਨਾਲ ਅਕਾਲ ਪੁਰਖ ਨਾਲ ਜੁੜਨ ਦੀ, ਉਹਦੀ ਭਗਤੀ ਕਰਨ ਦੀ ਸਾਰੀ ਬਣਤ ਬਣਾ ਦਿੱਤੀ ਹੈ ਕਿ ਪਰਮੇਸ਼ਰ ਦੀ ਭਗਤੀ ਕਿਵੇਂ ਕਰਨੀ ਹੈ। ਬਣਤ ਬਣਾਈ ਹੈ ਜਿਸ ਗੁਰੂ ਨੇ। ਆ ਬਣਤ ਬਣਾਈ ਹੋਈ ਹੈ ਨਾ, ਸਾਧ ਸੰਗਤ ਵਿੱਚ ਬੈਠੇ ਹਰੀ ਭਗਤੀ 'ਚ ਜੁੜੇ ਆ। ਇਹ ਬਣਤ ਕਿਹਦੀ ਬਣਾਈ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਣਾਈ ਬਣਤ ਹੈ। ਇਹ ਬਣਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਣਾਈ ਬਣਤ ਹੈ ਕਿ ਜਿਨ੍ਹਾਂ ਦੀ ਇਸ ਬਣਾਈ ਹੋਈ ਬਣਤ ਵਿੱਚ ਅਸੀਂ ਹਰੀ ਪਰਮੇਸ਼ਰ ਦੀ ਕਥਾ ਕਹਾਣੀ ਸੁਣ ਰਹੇ ਹਾਂ, ਕਹਿ ਰਹੇ ਹਾਂ। ਤੋ ਮੈਂ ਐਸੇ ਗੁਰੂ ਤੋਂ ਬਲਿਹਾਰ ਜਾਵਾਂ ਜਿਹਨੇ ਬਣਤ ਬਣਾਈ, ਇਸ ਮਾਤ ਲੋਕ ਦੀ ਧਰਤੀ ਤੇ ਸੱਚਖੰਡ ਵਰਤਾਇਆ ਸਾਧ ਸੰਗਤ ਦਾ ਰੂਪ ਦੇ ਕੇ। ਸਤ ਸੰਗਤ ਦਾ ਰੂਪ ਦੇ ਕੇ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਸੱਚਖੰਡ ਦੇ ਦਰਸ਼ਨ ਕਰਾਏ ਨੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਾਰਿਆਂ ਨੂੰ। ਤੋ ਮੇਰੇ ਜਿਸ ਗੁਰੂ ਨੇ ਇਹੋ ਜੀ ਬਣਤ ਬਣਾ ਦਿੱਤੀ ਹੈ ਹਰੀ ਪਰਮੇਸ਼ਰ ਨਾਲ ਜੁੜਨ ਦੀ, ਮੈਂ ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਵਾਂ, ਐਸੇ ਗੁਰੂ ਤੋਂ ਵਾਰੇ ਵਾਰੇ ਜਾਵਾਂ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੈ ਕਿੱਥੈ ਮੈਨੂੰ ਲਾਏ ਛਡਾਈ। ਹਰਨਾਖਸ਼ ਹੱਥ ਦੇ ਵਿੱਚ ਤਲਵਾਰ ਫੜ ਕੇ ਭਗਤ ਪ੍ਰਹਿਲਾਦ ਦੀ ਗਰਦਨ ਤੇ ਰੱਖ ਕੇ ਕਹਿੰਦਾ, ਦੱਸੋ ਤੇਰਾ ਰੱਬ ਕਿੱਥੇ ਹੈ ਜਿਹਨੂੰ ਤੂੰ ਆਰਾਧਦਾ? ਕਿੱਥੇ ਹੈ ਤੇਰਾ ਰੱਬ? ਆਏਗਾ ਹੁਣ ਤੈਨੂੰ ਬਚਾਉਣ? ਤੇ ਭਗਤ ਪ੍ਰਹਿਲਾਦ ਜੀ ਕਹਿੰਦੇ, ਪਿਤਾ ਜੀ ਆਪਣੀਆਂ ਅੱਖਾਂ ਤੋਂ ਭਰਮ ਦਾ ਪਰਦਾ ਹਟਾਓ। ਤੁਸੀਂ ਇਹ ਨਾ ਪੁੱਛੋ ਵੀ ਕਿੱਥੇ ਹੈ ਰੱਬ, ਤੁਸੀਂ ਇਹ ਪੁੱਛੋ ਕਿੱਥੇ ਨਹੀਂ ਹੈ ਰੱਬ। ਕਿਹੜੀ ਥਾਂ ਹੈ ਜਿੱਥੇ ਉਹ ਨਹੀਂ ਹੈ? ਉਹ ਸਰਬ ਥਾਂ ਹੀ ਹੈ। ਕਹਿੰਦਾ, ਅੱਛਾ ਇਹ ਜਿਹੜਾ ਸਾਹਮਣੇ ਥੰਮ ਹੈ ਇਹਦੇ 'ਚ ਹੈ? ਕਹਿੰਦੇ ਹਾਂ, ਇਸ ਥੰਮ ਵਿੱਚ ਵੀ ਵਸਦਾ। ਕਹਿੰਦਾ ਫਿਰ ਉਹਨੂੰ ਕੱਢ, ਇਸ ਥੰਮ 'ਚੋਂ ਆਵੇ ਬਾਹਰ। ਤਾਂ ਉਸੇ ਥੰਮ ਨੂੰ ਪਾੜ ਕੇ ਨਰਸਿੰਘ ਰੂਪ ਹੋ ਕੇ ਭਗਵਾਨ ਜੀ ਆਏ, ਹਰਨਾਕਸ਼ ਦਾ ਪੇਟ ਪਾੜ ਕੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮੇਰਾ ਸਤਿਗੁਰੂ ਪਿਆਰਾ ਹਰ ਵੇਲੇ ਮੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਸੋ ਸਤਿਗੁਰੂ ਪਿਆਰੇ ਜੀ ਮੇਰੇ ਨਾਲ ਨੇ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਜਿੱਥੇ ਕਿੱਥੇ, ਯਾਨੀ ਕਿ ਕੋਈ ਕੋਨਾ ਹੋਵੇ ਸੰਸਾਰ ਦਾ, ਕੋਈ ਥਾਂ ਹੋਵੇ, ਹਰ ਜਗ੍ਹਾ ਤੇ ਮੇਰੇ ਸਤਿਗੁਰੂ ਜੀ ਮੈਨੂੰ ਛਡਾ ਲੈਣ ਵਾਲੇ ਨੇ, ਮੇਰੀ ਰੱਖਿਆ ਕਰਨ ਵਾਲੇ ਨੇ, ਮੇਰੇ ਸਹਾਈ ਨੇ। ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਘਰ ਨੌ ਨਿਦ ਆਵੈ ਧਾਇ, ਘਰ ਨੌ ਨਿਦ ਆਵੈ ਧਾਇ, ਘਰ ਨੌ ਨਿਦ ਆਵੈ ਧਾਇ, ਘਰ ਨੌ ਨਿਦ ਆਵੈ ਧਾਇ। ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ,
ਸਭ ਥਾਈ ਹੋਏ ਸਹਾਈ। ਕਿੱਥੈ ਕਿੱਥੈ ਮੈਨੂੰ ਲਏ ਛਡਾਈ। ਹਰ ਜਗ੍ਹਾ ਤੇ ਮੇਰੀ ਸਹਾਇਤਾ ਕਰਨ ਵਾਲੇ, ਮੈਨੂੰ ਛੁਡਾ ਲੈਣ ਵਾਲੇ ਵਿਕਾਰਾਂ ਤੋਂ, ਜੰਮਾਂ ਤੋਂ, ਦੋਖੀਆਂ ਤੋਂ, ਦੁਸ਼ਮਣਾਂ ਤੋਂ ਛੁਡਾ ਲੈਣ ਵਾਲੇ ਨੇ ਮੇਰੇ ਸਤਿਗੁਰੂ ਜੀ। ਹਰ ਵੇਲੇ ਹੀ ਮੇਰੇ ਨਾਲ ਹਨ। ਤਿਸ ਗੁਰ ਕਾ ਸਾਬਾਸ ਹੈ, ਜਿਨ ਹਰ ਸੋਝੀ ਪਾਈ। ਮੇਰੇ ਤਿਸ ਗੁਰੂ ਨੂੰ ਸ਼ਾਬਾਸ਼ ਹੈ। ਸਭ ਆਖੋ ਮੇਰੇ ਸਤਿਗੁਰੂ ਜੀ ਧੰਨ ਹਨ, ਮੇਰੇ ਸਾਹਿਬ ਜੀ ਧੰਨ ਹਨ। ਮੇਰੇ ਸਤਿਗੁਰਾਂ ਨੂੰ ਸ਼ਾਬਾਸ਼ ਕਹੋ ਭਾਈ। ਮੇਰੇ ਜਿਸ ਸਤਿਗੁਰੂ ਜੀ ਨੇ ਮੈਨੂੰ ਹਰੀ ਪਰਮੇਸ਼ਰ ਦੀ ਸੋਝੀ ਦਿੱਤੀ, ਅਕਾਲ ਪੁਰਖ ਦੀ ਸੋਝੀ ਦਿੱਤੀ ਹੈ। ਜਿਨ ਹਰ ਸੋਝੀ ਪਾਈ, ਜਿਸ ਨੇ ਸਾਨੂੰ ਹਰੀ ਦੀ ਸੋਝੀ ਦਿੱਤੀ ਹੈ, ਹਰੀ ਦਾ ਗਿਆਨ ਦਿੱਤਾ ਹੈ, ਹਰੀ ਪਰਮੇਸ਼ਰ ਦੇ ਸਰੂਪ ਦਾ ਸਾਖਸ਼ਾਤਕਾਰ ਕੀਤਾ। ਇਹ ਭਾਈ ਤਿਸ ਗੁਰੂ ਨੂੰ ਸਦਾ ਹੀ ਸ਼ਾਬਾਸ਼ ਹੈ। ਹਾਂਜੀ। ਨਾਨਕ ਗੁਰ ਵਿਟਹੁ ਵਾਰਿਆ, ਜਿਨ ਹਰ ਨਾਮ ਦਿਆ। ਮੇਰੇ ਮਨ ਕੀ ਆਸ ਪੁਰਾਈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਮੈਂ ਆਪਣੇ ਗੁਰੂ ਵਿਟੋਂ ਵਾਰੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਮੇਰੇ ਜਿਸ ਗੁਰੂ ਨੇ ਮੈਨੂੰ ਹਰੀ ਦਾ ਨਾਮ ਦਿੱਤਾ ਹੈ ਔਰ ਮੇਰੇ ਮਨ ਦੀਆਂ ਸਾਰੀਆਂ ਆਸਾਂ ਪੂਰਨ ਕਰ ਦਿੱਤੀਆਂ ਹਨ। ਮੇਰੇ ਮਨ ਦੀਆਂ ਸਾਰੀਆਂ ਆਸਾਂ, ਮਨੋਰਥ ਪੂਰਨ ਕਰ ਦਿੱਤੇ ਹਨ। ਮੈਂ ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਐਸੇ ਗੁਰੂ ਤੋਂ ਵਾਰੇ ਜਾਂਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ। ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਸਾਡਾ ਗਾਵਿਆ ਸੁਣਿਆ ਸਾਹਿਬ ਜੀ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।